ਸਭ ਨੂੰ ਜੈਮ ਸੀ ਜੀ। ਜੈ ਮਸੀਹ ਦੀ, ਜੈ ਮਸੀਹ ਦੀ। ਜੀ ਅੱਛਾ ਜੀ, ਆਪਾਂ ਮਤਲਬ ਜੀ ਬਾਈਬਲ ਸਟੱਡੀ ਕਰ ਰਹੇ ਹਾਂ ਰੈਪਚਰ ਦੇ ਬਾਰੇ, ਜੀ। ਚਰਚ ਦੇ ਚੱਕੇ ਜਾਣ ਦੇ ਬਾਰੇ। ਹੁਣ ਨੈਕਸਟ ਅੱਜ ਐਜ਼ ਏ ਮਸੀਹੀ ਜੀਵਨ ਦੇ ਵਿੱਚ ਆਪਾਂ ਕੀ ਵੇਟ ਕਰ ਰਹੇ ਹਾਂ ਚਰਚ ਦੇ ਚੱਕੇ ਜਾਣ ਦੀ। ਉਹ ਕਿਸੇ ਸਮੇਂ ਵੀ ਆ ਸਕਦਾ, ਔਰ ਯਿਸੂ ਮਸੀਹ ਕੀ ਉਹਦੇ ਬਾਰੇ ਕੀ ਕਹਿੰਦਾ ਆ, ਕੋਈ ਇਹਦੀ ਕੋਈ ਡੇਟ ਵੀ ਹੈ। ਔਰ ਪਹਿਲਾਂ ਇਹ ਗੱਲ ਪਹਿਲਾਂ ਆਪਾਂ ਇਹ ਦੇਖਾਂਗੇ, ਕੁਛ ਲੋਕ ਕਹਿੰਦੇ ਹੈਗੇ ਆ ਵੀ ਚਰਚ ਨੇ, ਆਪਾਂ ਪਹਿਲਾਂ ਦੇਖਿਆ ਸੀਗਾ ਵੀ ਚਰਚ ਨੇ ਚੱਕੇ ਜਾਣ ਤੋਂ ਬਾਅਦ ਮੁਸੀਬਤਾਂ ਦਾ ਦੌਰ ਸ਼ੁਰੂ ਹੋਣਾ ਆ ਜੀ। ਪਰ ਕਈ ਲੋਕ ਇਹ ਵੀ ਕਹਿੰਦੇ ਹੈਗੇ ਆ ਵੀ ਚਰਚ ਨੇ ਉਹ ਮੁਸੀਬਤਾਂ ਦੇ ਵਿੱਚੋਂ ਦੀ ਨਿਕਲਣਾ ਹੈਗਾ। ਅੱਛਾ ਹਾਂਜੀ, ਅੱਛਾ, ਇਹ ਜਿਹੜਾ ਪਿੱਛੇ ਸਵਾਲ ਸੀ, ਸੋ ਲੈਟਸ ਰਿਕਾਰਡਿੰਗ ਦੇ ਵਿੱਚ ਸੀਗਾ ਆਪਣੇ। ਹਾਂਜੀ ਦੇਖੋ ਜੀ, ਪ੍ਰਕਾਸ਼ ਦੀ ਪੋਥੀ ਹਾਂਜੀ ਦੇ ਵਿੱਚ ਅਸੀਂ ਦੇਖਨੇ ਆ ਕਿ ਚੌਥਾ ਚੈਪਟਰ ਤੇ ਪੰਜਵਾਂ ਚੈਪਟਰ ਪੁਰਾਣੇ ਜਿਹੜੇ ਨੇਮ ਦੇ ਜਿਹੜੇ ਸੰਤ ਤੇ ਕਲੀਸਿਆ ਦੇ ਸੰਤ, ਠੀਕ ਹੈ, ਉਹ ਟ੍ਰਿਬੂਲੇਸ਼ਨ ਜਾਂ ਗ੍ਰੇਟ ਟ੍ਰਿਬੂਲੇਸ਼ਨ ਤੋਂ ਪਹਿਲੇ ਹੀ ਉਹਨਾਂ ਦਾ ਰੈਪਚਰ ਹੋ ਜਾਏਗਾ ਤੇ ਉਹ ਖੁਦਾ ਦੇ ਹਜ਼ੂਰ ਪੇਸ਼ ਕੀਤੇ ਜਾਣਗੇ। ਠੀਕ ਹੈ ਨੀ। ਇਹ ਦੋਏ ਚੈਪਟਰ ਇਹ ਨਜ਼ਾਰਾ ਸਾਡੇ ਤੇ ਖੁੱਲ੍ਹਦੇ ਨੇ, ਇੱਥੇ ਹੈ ਦਿਖਾਉਂਦੇ ਨੇ ਕਿ ਉੱਥੇ 4 ਤੇ 5 4 ਤੇ 5 ਚੈਪਟਰ ਦੇ ਵਿੱਚ ਇਹ ਸਾਨੂੰ ਦੱਸਦੇ ਨੇ ਕਿ ਕਲੀਸਿਆ ਜਿਹੜੀ ਹੈ ਉਹ ਚੁੱਕੀ ਗਈ ਤੇ ਯਿਸੂ ਹੋਈ ਬਦਲਾਂ ਤੱਕ ਆਇਆ, ਉਹਨਾਂ ਨੂੰ ਚੁੱਕ ਕੇ ਲੈ ਗਿਆ। ਠੀਕ ਹੈ, ਇਹ ਚੌਥੇ ਤੇ ਪੰਜਵੇਂ ਚੈਪਟਰ ਵਿੱਚ ਜੀ। ਅੱਗੇ ਕਿ ਉਹ ਪਿਤਾ ਕੋਲ ਨੇ। ਠੀਕ ਹੈ, ਹੁਣ ਅਸੀਂ ਜਾਣਦੇ ਹਾਂ ਕਿ ਕਲੀਸਿਆ ਦਾ ਸ਼ੁਰੂਆਤ ਜਿਹੜੀ ਉਹ ਪਰਮੇਸ਼ਵਰ ਦੇ ਦਇਆ ਤੇ ਦਇਆ ਜਿਹੜੀ ਉਹਨੇ ਕੀਤੀ ਹੈ ਚਰਚ ਉੱਤੇ, ਹੈ ਨਾ, ਉਹਦੇ ਵਿੱਚ ਅਸੀਂ ਕਲੀਸਿਆ ਚੁੱਕੀ ਗਈ। ਅੱਗੋਂ 6 ਤੋਂ ਲੈ ਕੇ 19 ਚੈਪਟਰ ਤੱਕ ਹੈ ਜੀ, ਅਸੀਂ ਪਰਮੇਸ਼ਵਰ ਦੇ ਉਸ ਕ੍ਰੋਧ ਨੂੰ ਇਸ ਦੁਨੀਆ ਉੱਤੇ ਦੇਖਦੇ ਹਾਂ। ਕਿਸ ਸੂਰਤ ਵਿੱਚ? ਮੋਹਰਾਂ ਦੀ ਸੂਰਤ ਵਿੱਚ, ਸੀਲ, ਤੇ ਫਿਰ ਨਰਸਿੰਗਿਆਂ ਦੀ ਸੂਰਤ ਵਿੱਚ। ਹੁਣ ਇਹਨੂੰ ਸਮਝਣਾ, ਇਹ ਵੇਖ ਲਓ ਕਿ ਕਲੀਸਿਆ 5ਵੇਂ ਚੈਪਟਰ ਤੋਂ ਲੈ ਕੇ 19 ਚੈਪਟਰ ਤੱਕ ਕੋਈ ਜ਼ਿਕਰ ਨਹੀਂ ਗਾ, ਕੋਈ ਜ਼ਿਕਰ ਨਹੀਂ। ਠੀਕ ਹੈ, ਕੋਈ ਜ਼ਿਕਰ ਨਹੀਂ ਕਿ ਕਲੀਸਿਆ ਦਾ ਜ਼ਿਕਰ ਹੀ ਕੋਈ ਨਹੀਂ। ਜਦੋਂ ਕਲੀਸਿਆ ਚੁੱਕੀ ਗਈ ਉਦੋਂ 19 ਚੈਪਟਰ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਲ ਅਸੀਂ ਉਹਨੂੰ ਆਂਦਿਆਂ ਵੇਖ ਰਹੇ ਹਾਂ। ਇਹ ਜਿਹੜੀ ਮੁਸੀਬਤਾਂ 'ਚ ਕਲੀਸਿਆ ਦਾ ਜ਼ਿਕਰ ਹੀ ਕੋਈ ਨਹੀਂ, ਬਾਈਬਲ ਦੱਸ ਰਹੀ ਹੈ। ਅੱਛਾ, ਹੁਣ ਇਹ ਜਿਹੜਾ ਨਾ ਲਿਖ ਲਓ, ਰੈਵੋਲੇਸ਼ਨ ਮੁਕਾਸ਼ਵਾ ਪ੍ਰਕਾਸ਼ ਦੀ ਪੋਥੀ 6ਵੇਂ ਚੈਪਟਰ ਦੀ ਪਹਿਲੀ ਵਰਸ ਤੋਂ ਲੈ ਕੇ ਇਹਦੇ ਵਿੱਚ ਕੀ ਲਿਖਿਆ? 6ਵੇਂ ਦੀ ਪਹਿਲੀ ਤੋਂ ਲੈ ਕੇ 19 ਦੀ 21 ਆਇਤ ਤੱਕ ਇਹ ਮੁਸੀਬਤਾਂ ਦਾ ਦੌਰ ਹੈ। ਟ੍ਰਿਬੂਲੇਸ਼ਨ, ਨਾਟ ਗ੍ਰੇਟ ਟ੍ਰਿਬੂਲੇਸ਼ਨ, ਟ੍ਰਿਬੂਲੇਸ਼ਨ ਦਾ ਦੌਰ ਹੈ। ਠੀਕ ਹੈ, 3.5 ਸਾਲ 3.5 ਸਾਲਾਂ 'ਚ ਕੀ ਹੋਏਗਾ? ਮੋਹਰਾਂ ਖੁੱਲਣਗੀਆਂ ਤੇ ਨਰਸਿੰਗੇ। ਇਹਦੇ ਵਿੱਚ ਕਲੀਸਿਆ ਦਾ ਕੋਈ ਨਹੀਂ ਜੇ ਜ਼ਿਕਰ। ਫਿਰ 6ਵੀਂ ਮੋਹਰ ਤੋਂ, ਯਾਨੀ ਪਹਿਲੇ ਮੋਹਰਾਂ ਤੇ ਟਰੰਪਟ ਨਰਸਿੰਗੇ ਜਿਹੜੇ ਨੇ, ਕਿਹੜਾ 6 ਦੀ 1 ਤੋਂ 19 ਦੀ 21 ਤੱਕ, ਇਹ ਜਿਹੜੇ ਨੇ ਨਾ ਟ੍ਰਿਬੂਲੇਸ਼ਨ ਜਾਂ ਮੁਸੀਬਤਾਂ ਦੇ ਦੌਰ ਦੀ ਗੱਲ ਹੋ ਰਹੀ ਹੈ। ਹੁਣ 6ਵੀਂ ਮੋਹਰ ਤੋਂ 7ਵੇਂ ਨਰਸਿੰਗਾ ਜਿਹੜਾ ਹੈ, ਆਪਣੇ 6ਵੀਂ ਸੀਲ ਤੋਂ, 6ਵੀਂ ਸੀਲ ਤੋਂ 7ਵੇਂ ਟਰੰਪਟ ਜਾਂ ਤੁਰੀ ਤੱਕ ਸਵਰਗਾਂ ਤੋਂ ਪਰਮੇਸ਼ਵਰ ਦੇ
ਕ੍ਰੋਧ ਜਾਂ ਅਦਾਲਤ ਦਾ ਜ਼ਿਕਰ ਹੈਗਾ। ਠੀਕ ਹੈ। ਇਹ ਜਿਹੜਾ ਅੱਗੇ ਜਿਹੜਾ ਗ੍ਰੇਟ ਰਿਵੋਲੂਸ਼ਨ ਹੈ ਜਾਂ ਬੜੀ ਮੁਸੀਬਤਾਂ ਦਾ ਦੌਰ ਹੈ, ਉਹ 6ਵੀਂ ਮੋੜ ਤੋਂ ਲੈ ਕੇ 7ਵੇਂ ਨਰਸਿੰਘੇ ਤੱਕ ਦੀ ਜ਼ਿਕਰ ਹੋ ਰਿਹਾ ਹੈ, ਜਿਹਦੇ ਵਿੱਚ 7 ਪਿਆਲੇ ਵੀ ਸ਼ਾਮਲ ਨੇ। ਇਹ ਗ੍ਰੇਟ ਰਿਵੋਲੂਸ਼ਨ ਹੈ। ਇੱਥੇ ਵੀ ਕਲੀਸਿਆ ਦਾ ਕੋਈ ਜ਼ਿਕਰ ਨਹੀਂ। ਦੇਖੋ ਨਾ, ਹੁਣ ਅਸੀਂ ਉਹਦੇ ਮੁਤਾਬਿਕ ਚੱਲੀਏ। ਸੋ ਇਹ ਜਿਹੜੀ ਗ੍ਰੇਟ ਰਿਵੋਲੂਸ਼ਨ ਹੈ ਜਾਂ ਟ੍ਰਿਬੂਲੇਸ਼ਨ ਜਾਂ ਗ੍ਰੇਟ ਰਿਵੋਲੂਸ਼ਨ ਤਕਰੀਬਨ 7 ਸਾਲ ਦਾ ਪੀਰੀਅਡ ਹੈ, ਕੁਝ ਸਮਾਂ ਘਟਾ। ਹਾਂਜੀ, ਯਾਨੀ ਕਿ 3.5 ਸਾਲ ਤੇ ਠੀਕ ਨੇ। ਆਖਰੀ 3.5 ਸਾਲ ਘਟਾਏ ਜਾਣਗੇ ਮਤੀ 24 ਉਹਦੀ 22 ਆਇਤ ਦੇ ਮੁਤਾਬਿਕ। ਜਿਊਜ਼ ਲਈ ਰਾਸਤਬਾਜ਼ਾਂ ਦੇ ਲਈ ਇਹ ਦਿਨ ਘਟਾਏ ਜਾਣਗੇ। ਠੀਕ ਹੈ, ਠੀਕ ਹੈ। ਅੱਛਾ, ਇਹਦੇ ਵਿੱਚ ਹੁਣ ਕਲੀਸਿਆ ਦਾ ਜ਼ਿਕਰ ਨਹੀਂਗਾ, ਯਹੂਦੀਆਂ ਦਾ ਜ਼ਿਕਰ ਹੈ ਤੇ ਆਮ ਦੁਨੀਆ ਦਾ ਜ਼ਿਕਰ ਹੈ, ਤੇ ਪਲੱਸ ਉਹਨਾਂ ਦਾ ਵੀ ਜ਼ਿਕਰ ਹੈ ਜਿਹੜੇ ਇਬਰਾਨੀਆਂ 9 ਦੀ 28 ਦੇ ਮੁਤਾਬਿਕ ਯਿਸੂ ਦਾ ਚਰਚ ਜਿਹੜਾ ਤਿਆਰ ਨਹੀਂ ਸੀ, ਉਹ ਵੀ ਥੱਲੇ ਹੀ ਹੋਣਗੇ। ਠੀਕ ਹੈ। ਲੇਕਿਨ ਚਰਚ ਬਾਈਬਲ ਦੇ ਵਿੱਚ ਜਿਹੜੀ ਕਿ ਪਰਸਨਲ ਅਪੀਅਰੈਂਸ ਹੈ ਨਾ, ਜਿਹੜੀ ਯਿਸੂ ਦੀ ਬਦਲਾਂ ਤੇ ਆਣਾ ਹੈ, ਉਹਨੂੰ ਪਰਸਨਲ ਅਪੀਅਰੈਂਸ ਕਹਿੰਦੇ ਨੇ। ਵੈਸੇ ਉਹਦੀ ਆਮਦ ਹੈਗੀ ਹੈ, ਲੇਕਿਨ ਧਰਤੀ ਤੇ ਨਹੀਂ, ਸਿਰਫ ਬਦਲਾਂ ਤੇ। ਉਹ ਬੇਸਿਕਲੀ ਥਿਓਲੋਜੀਕਲੀ ਅਸੀਂ ਉਹਨੂੰ ਯਿਸੂ ਦੀ ਦੂਸਰੀ ਸੈਕੰਡ ਕਮਿੰਗ ਦਾ ਹਿੱਸਾ ਨਹੀਂ ਬਣਾ ਸਕਦੇ। ਲੇਕਿਨ ਜਦੋਂ ਅਸੀਂ ਟਾਈਟਸ 2:13 ਪੜ੍ਹਨੇ ਆ, ਟਾਈਟਸ ਜਾਂ ਤੀਤਸ 2:13 ਪੜ੍ਹਨੇ ਆ, ਉਹਦੇ ਵਿੱਚ ਯਿਸੂ ਦੇ ਬਦਲਾਂ ਦੇ ਆਉਣ ਤੱਕ ਤੇ ਫਿਰ ਫਿਜ਼ੀਕਲ ਪ੍ਰੈਜ਼ੈਂਸ, ਜਿਹਦੇ ਵਿੱਚ ਚਰਚ ਪ੍ਰਭੂ ਯਿਸੂ ਹੈ। ਚਰਚ ਮੀਨਸ ਕਿ ਯਿਸੂ ਦੀ ਦੁਲਹਨ, ਜਿਹਦੇ ਵਿੱਚ ਪੁਰਾਣੇ ਤੇ ਨਵੇਂ ਨੇਮ ਦੇ ਸੰਤ ਤੇ ਪਵਿੱਤਰ ਦੂਤ ਵੀ ਫਿਜ਼ੀਕਲੀ ਲੈਂਡ ਕਰਨਗੇ, ਉਹਦੀ ਗੱਲ ਹੋ ਰਹੀ। ਸੋ ਕਨਫਿਊਜ਼ਨ ਤਾਂ ਨਹੀਂ ਹੋਈ। ਅੱਛਾ, ਸੋ ਕਹਿਣ ਦਾ ਮਤਲਬ ਇਹ ਵੇ ਕਿ ਇਹ ਜਿਹੜਾ ਦੌਰ ਹੈ, ਠੀਕ ਹੈ, ਇਹ ਜਿਹੜਾ ਮੁਸੀਬਤਾਂ ਤੇ ਬੜੀ ਮੁਸੀਬਤਾਂ ਦਾ ਦੌਰ ਦੇ ਵਿੱਚ ਕਲੀਸਿਆ ਨਹੀਂ। ਲੇਕਿਨ ਉਹ ਲੋਕ ਜਿਹੜੇ ਕਲੀਸਿਆ ਹੈਗੀ ਸੀ ਔਰ ਤਿਆਰ ਨਹੀਂ ਸਨ 10 ਕਵਾਰੀਆਂ ਵਾਲੀ ਗੱਲ, ਉਹ ਵੀ ਪਲੱਸ ਜਿੰਨੇ ਜਿਊਜ਼ ਨੇ ਉਹ ਵੀ, 1,44,000 ਯਹੂਦੀ ਵੀ, ਮੂਸਾ ਤੇ ਏਲੀਆ ਵੀ ਜਿਹੜੇ ਨੇ, ਉਹ ਉਸ ਚਰਚ ਦਾ ਹਿੱਸਾ ਮੈਂ ਕਹਿ ਰਿਹਾ ਨਹੀਂ ਅਖਵਾਉਂਦੇ। ਤੇ ਜੀਸਸ ਦੀ ਕੀ ਕਹਿੰਦੇ ਨੇ ਪ੍ਰੈਜ਼ੈਂਸ, ਕੀ ਅੱਗੇ ਮੈਂ ਕੀ ਬੋਲਿਆ ਕਿ ਜਿਹੜੀ ਬਦਲਾਂ ਤੱਕ ਆਉਣਗੇ, ਅਪੀਅਰੈਂਸ, ਪਰਸਨਲ ਅਪੀਅਰੈਂਸ ਜਿਹੜੀ ਹੈ, ਉਹਦੇ ਤੇ ਜੀਸਸ ਦਾ ਤੇ ਮਤਲਬ ਯਿਸੂ ਦੀ ਦੁਲਹਨ ਪੁਰਾਣੇ ਨਵੇਂ ਨੇਮ ਦੇ ਸੰਤ ਮਿਲਾ ਕੇ ਤੇ ਪਵਿੱਤਰ ਦੂਤ ਮਿਲਾ ਕੇ ਉਹਨਾਂ ਦੇ ਵਿੱਚ ਤਕਰੀਬਨ 7 ਸਾਲ ਦਾ ਹੈ। ਸੋ ਇਹ ਅਸੀਂ ਕਹਿ ਸਕਦੇ ਹਾਂ, ਜਦੋਂ ਅਸੀਂ ਕਹਿੰਦੇ ਯਿਸੂ ਨੇ ਆਣਾ ਹੈ, ਅਸੀਂ ਉਹ ਜਿਹੜੀ ਬਦਲਾਂ ਤੇ ਆਣਾ ਹੈ, ਉਹਨੂੰ ਅਸੀਂ ਜੀਸਸ ਦੀ ਸੈਕੰਡ ਕਮਿੰਗ ਨੂੰ ਥਿਓਲੋਜੀਕਲੀ ਨਹੀਂ ਕਹਿ ਸਕਦੇ, ਉਹਦੀ ਪਰਸਨਲ ਅਪੀਅਰੈਂਸ ਸਿਰਫ ਚਰਚ ਦੇ ਵਾਸਤੇ ਹੈ, ਚਰਚ ਵਾਸਤੇ। ਠੀਕ ਹੈ। ਹੁਣ ਇਹ ਗੌਰ ਤਲਬ ਇਹ ਗੱਲ ਹੈ ਕਿ ਇਹ ਜਿਹੜਾ ਮਾਮਲਾ ਹੈ ਨਾ, ਇਹ ਚਰਚ ਤੇ ਹੈਗਾ ਹੀ ਨਹੀਂ। ਕਈ ਲੋਕ ਰੈਵਲੇਸ਼ਨ ਚੈਪਟਰ 12 ਜਿਹੜਾ ਹੈ ਨਾ, ਉਹਨੂੰ ਕਹਿੰਦੇ ਨੇ ਜੀ ਇਹ ਚਰਚ ਜਿਹੜਾ ਹੈ ਨਾ, ਇਹ ਇੱਥੇ ਉਹਦਾ ਰੈਪਚਰ ਹੋਣਾ ਹੈ। ਠੀਕ ਹੈ। ਵਰਸ ਉਹਦੀ ਜਿੱਥੇ ਨਹੀਂ ਉਹ ਇੱਕ ਔਰਤ ਬਣੀ ਇਸਰਾਈਲ ਕੌਮ ਨੂੰ ਦਰਸਾਉਂਦੀ ਹੈ ਯਾਰ, ਤੇ ਇੱਕ ਬੱਚਾ ਜਿਹੜਾ ਹੈਗਾ ਉਹ ਚੁੱਕ ਲਿੱਤਾ ਗਿਆ, ਉਹ 1,44,000 ਯਹੂਦੀਆਂ ਦਾ ਰੈਪਚਰ ਹੈਗਾ, ਜਿਹੜਾ ਕਿ ਗ੍ਰੇਟ ਰਿਵੋਲੂਸ਼ਨ ਸ਼ੁਰੂ ਹੋਣ ਤੋਂ ਪਹਿਲੇ ਹੋਏਗਾ। ਅਸੀਂ ਇਹਨੂੰ ਚਰਚ ਵਿੱਚ ਸ਼ਾਮਲ ਨਹੀਂ ਕਰ ਸਕਦੇ। ਉਹਦਾ ਭੁਲੇਖਾ ਪੈ, ਉਹਦਾ ਭੁਲੇਖਾ। ਇਸ ਲਈ ਲੋਕ ਪ੍ਰੀਚ
ਕਰਦੇ ਨੇ ਕਿ ਰੈਵਲੇਸ਼ਨ 12 ਦੀ ਜਿੱਥੇ ਉਹ ਔਰਤ ਬਨੀ ਇਸਰਾਈਲ ਕੌਮ ਵਿੱਚ ਬੱਚਾ, ਤੇ ਕਈ ਇਹਨੂੰ ਜੀਸਸ ਵੀ ਕਹਿ ਕੇ ਪੇਸ਼ ਕਰਦੇ। ਬਈ ਜੀਸਸ ਨੂੰ ਯੂਹੰਨਾ ਨੂੰ ਦਿਖਾਉਣ ਦੀ ਕਿਹੜੀ ਲੋੜ ਸੀ? ਇਹ ਬੱਚਾ ਜਿਹੜਾ ਹੈ ਇਹਦੀ ਬੜੀ ਡਿਟੇਲ ਅਸੀਂ 14 ਪ੍ਰੂਫ ਦੱਸੇ ਨੇ ਕਿ ਯਿਸੂ ਨਹੀਂ ਗਾ, ਬਲਕਿ ਇਹ 1,44,000 ਯਹੂਦੀ ਹੈਗੇ ਨੇ। ਇਸ ਲਈ ਉਹ ਜਿਹੜਾ ਇਹਦੇ ਤੇ ਆਉਣ ਲੋਕ ਥੋੜਾ ਜਿਹਾ ਜਿਹੜਾ ਤੁਹਾਡਾ ਕੁਐਸਚਨ ਹੈ ਕਿ ਆਖਦੇ ਨੇ ਇੱਥੇ ਚਰਚ ਦਾ ਰੈਪਚਰ ਹੋਇਆ। ਠੀਕ ਹੈ। ਜਦੋਂ ਅਸੀਂ 5ਵੇਂ ਚੈਪਟਰ ਵਿੱਚ ਜਾਂਦੇ ਹਾਂ, 4ਥੇ 'ਚ ਕਲੀਸਿਆ ਚੁੱਕੇਗੀ, 5ਵੇਂ 'ਚ ਉਹ ਜਿਹੜੇ 24 ਬਜ਼ੁਰਗ ਨੇ, ਐਲਡਰਸ ਨੇ, ਉਹ ਚਰਚ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਉਹ ਚਰਚ ਨੂੰ ਲੇਕਿਨ ਇਹਦੇ ਵਿੱਚ ਸਾਨੂੰ ਕੋਈ ਐਸਾ ਨਹੀਂ ਮਿਲਦਾ। ਬਿਲਕੁਲ। ਤੇ ਇੱਕ ਜੀ ਇੱਕ ਕਮੈਂਟ ਹੈਗਾ, ਇੱਕ ਆਪਣੀ ਹੋਰ ਇੱਕ ਸਵਾਲ ਹੈ ਜੀ, ਤੇ ਇੱਕ ਤਾਂ ਹੈਗਾ ਜੀ ਇਹਦਾ ਫਿਰ ਕੋਈ ਸਮਾਂ ਵੀ ਹੈ ਕਦੋਂ ਹੋਣਾ ਜਿਹੜਾ ਆਉਣ ਦਾ? ਇਹਦਾ ਸਮਾਂ ਮਤੀ 24:36 'ਚ ਲਿਖਿਆ ਹੈ ਕਿ ਰੈਪਚਰ ਲਈ ਨਾ ਤੇ ਕੋਈ ਪ੍ਰੋਫਸੀਜ਼ ਹੈਗੀਆਂ ਨੇ, ਭਵਿਸ਼ਵਾਣੀਆਂ ਜਾਂ ਭਵਿੱਖਬਾਣੀਆਂ, ਤੇ ਨਾ ਕੋਈ ਨਿਸ਼ਾਨ ਦੱਸਿਆ ਗਿਆ। ਇਹ ਤੇ ਕੱਲ ਤੁਸੀਂ ਕਲੀਅਰ ਕਰ ਲਓ। ਇਹ ਜਿਹੜਾ ਚੋਰ ਦੀ ਦਵਾ ਆਉਣ, ਮਤੀ 24:36 ਵੀ ਲਿਖ ਲਓ। ਮਤੀ ਉਹ ਹੀ ਲਿਖੀ 24:36। ਠੀਕ ਹੈ। ਹਾਂਜੀ। ਔਰ ਇਹਦੇ ਲਈ ਨਾ ਕੋਈ ਸਾਈਨ ਤੇ ਨਾ ਕੋਈ ਐਸੇ ਨੇ। ਤੇ ਰੈਪਚਰ ਕਦੋਂ ਹੋਏਗਾ ਉਸ ਦਿਨ ਉਸ ਘੜੀ ਦੀ ਬਾਬਤ ਕੋਈ ਨਹੀਂ ਜਾਣਦਾ। ਤੇ ਇਹ ਕਿਹਾ ਗਿਆ ਹੈਗਾ ਆ ਆਪਣੀ ਚੋਰ ਦੀ ਆਮਦ। ਤੇ ਫਿਰ ਦੂਸਰਾ ਯਿਸੂ ਇਹ ਦੱਸਦਾ ਹੈਗਾ ਆ ਕਿ ਜਦੋਂ ਆਹਾ ਹੋਵੇ, ਆਹਾ ਇੱਦਾਂ ਹੋਵੇ, ਤੁਸੀਂ ਦੇਖੋ ਤੇ ਉਦੋਂ ਮੇਰਾ ਆਉਣਾ ਨਜ਼ਦੀਕ ਹੈਗਾ। ਤੇ ਉਹ ਕਿਹੜੇ ਆਉਣੇ ਦੀ ਗੱਲ ਕਰ ਰਿਹਾ ਜੀ? ਇਹ ਇੱਕ ਗੱਲ ਹੈ ਕਿ ਇਸ ਜਿਹੜੀ ਪਰਸਨਲ ਅਪੀਅਰੈਂਸ, ਪੰਜਾਬੀ ਦਾ ਛੋੜੋ, ਜਿਹੜੀ ਉਹਦੀ ਆਪਣੀ ਜਾਤੀ ਸਿਰਫ ਕੱਲਾ ਆਏਗਾ। ਕੱਲਾ ਆਏਗਾ। ਠੀਕ ਹੈ। ਉਹ ਜਿਹੜਾ ਹੈ ਉਹਦੇ ਲਈ ਕੋਈ ਭਵਿਸ਼ਵਾਣੀ। ਲੇਕਿਨ ਬੜਾ ਅੱਛਾ ਸਵਾਲ ਕੀਤਾ ਹੈ। ਲੇਕਿਨ ਉੱਥੋਂ ਤਕਰੀਬਨ 7 ਸਾਲ ਬਾਅਦ ਖੁਦਾਵੰਦ ਜੀ ਉਹ ਕੈਲਕੂਲੇਟ ਕਰ ਸਕਨੇ। ਜਿਹੜਾ ਉਹਨੇ ਆਪਣੇ ਜ਼ਾਹਰਾ ਤੌਰ ਤੇ, ਇੱਕ ਤਾਂ ਜਿਹੜੀ ਚੋਰੀ ਜਿਹੜਾ ਆਉਣਾ ਨਾ ਚੋਰ ਦੀ ਤਰ੍ਹਾਂ, ਇੱਕ ਜਿਹੜਾ ਉਹਨੇ ਖੁਦ ਫਿਜ਼ੀਕਲ ਜ਼ਾਹਰਾ ਤੌਰ ਤੇ ਆਉਣਾ, ਧਰਤੀ ਤੇ ਆਉਣਾ, ਰਾਜ ਕਰਨਾ, ਉਹਦੇ ਨਿਸ਼ਾਨ ਹੈਗੇ ਆ। ਅੱਛਾ। ਹੁਣ ਜਦੋਂ ਯਿਸੂ ਬਦਲਾਂ ਤੇ ਆਏਗਾ, ਬਦਲਾਂ ਤੋਂ ਸਿੱਧਾ ਇੱਥੇ ਲੈਂਡ ਨਹੀਂ ਕਰਨਾ, ਬਲਕਿ ਬਹੁਤ ਈਵੈਂਟਸ ਨੇ ਕਿ ਅੱਗੇ ਕਲੀਸਿਆ ਨੂੰ ਪਵਿੱਤਰ ਕਰੇਗਾ, ਉਹਨਾਂ ਦਾ ਨਿਆਂ ਹੋਣਾ ਹਵਾ 'ਚ ਹੀ, ਦੂਸਰਾ ਕਰੰਥੀਆਂ 5:10 ਦੇ ਮੁਤਾਬਿਕ। ਔਰ ਫਿਰ ਉਹਨਾਂ ਨੂੰ ਪਵਿੱਤਰ ਕਰਕੇ ਉਹਨਾਂ ਦੇ ਅੰਦਰੋਂ ਬਗਾਵਤ, ਰਬੈਲੀਅਨ ਕੱਢ ਕੇ ਉਹਦੇ ਬਾਅਦ ਪਿਤਾ ਅੱਗੇ ਪੇਸ਼ ਕਰੇਗਾ। ਅੱਛਾ, ਹੁਣ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਇਹ ਯਿਸੂ ਬਦਲਾਂ ਤੋਂ ਥੱਲੇ ਨਹੀਂ ਆਏਗਾ, ਬਲਕਿ ਸਵਰਗਾਂ ਤੋਂ ਤਕਰੀਬਨ 7 ਸਾਲ ਪਹਿਲੇ। ਹੁਣ ਤੇ ਬਦਲਾਂ ਤੇ ਇਕੱਲਾ ਹੀ ਆਏਗਾ। ਤੇ ਆਏਗਾ ਕਾਦੇ ਲਈ? ਨਹੀਂ, ਆਏਗਾ ਜਿਹੜੇ ਲੋਕ ਪੁਰਾਣੇ ਨੇਮ ਦੇ, ਨਵੇਂ ਨੇਮ ਦੇ ਸੰਤ ਮਰ ਗਏ ਨੇ, ਉਹਨਾਂ ਦੀਆਂ ਆਤਮਾਵਾਂ ਤੇ ਪ੍ਰਾਣ ਨੂੰ ਲੈ ਕੇ ਬਦਲਾਂ ਤੱਕ ਆਏਗਾ। ਫਿਰ ਉਹਨਾਂ ਦੇ ਬਦਨ ਜਿਉਂਦੇ ਹੋਣਗੇ। ਅੱਛਾ, ਹੁਣ ਇਹ ਜਿਹੜਾ ਫਿਜ਼ੀਕਲ ਲੈਂਡਿੰਗ ਹੈ, ਉਹ ਜਿਹੜੇ ਮਰ ਗਏ ਉਹਨਾਂ ਦੀ ਆਤਮਾਵਾਂ ਲੈ ਕੇ ਆਏਗਾ ਔਰ ਉਹਨਾਂ ਨੂੰ ਸਰੀਰ ਮਿਲੇਗਾ। ਉਹ ਜਿਹੜੇ ਸਰੀਰ ਥੱਲੇ ਸਨ, ਜੀਂਦੇ ਆ, ਅੱਜ ਜੀਂਦੇ ਆ ਅਸੀਂ, ਉਹ ਬਦਲ ਜਾਣਗੇ ਤੇ ਬਦਲ ਕੇ ਉੱਥੇ ਇਕੱਠੇ ਸਾਰੇ ਹੋ ਜਾਣਗੇ। ਹਾਂਜੀ। ਤੇ ਉਹ ਫਿਰ ਉੱਥੇ ਜਿਹੜਾ ਹੈਗਾ ਉਸ ਤੋਂ ਬਾਅਦ ਜਿਹੜਾ ਟ੍ਰਿਬੂਲੇਸ਼ਨ ਪੀਰੀਅਡ ਹੋਣਾ, ਉਦੋਂ ਫਿਰ ਉਹਨੂੰ ਰਿਵਾਰਡਸ, ਉਹਦਾ ਵਿਆਹ ਉਹ ਉੱਪਰ ਹੁੰਦਾ ਹੋਣਾ, ਚਰਚ ਨੇ ਇੱਥੇ ਨਹੀਂ ਹੋਣਾ। ਹੈ ਤੁਸੀਂ ਥੋੜਾ ਹੋਰ ਬਿਲਕੁਲ ਇਹ ਇਸ ਤਰ੍ਹਾਂ ਹੈ ਕਿ ਉੱਤੇ ਬਿਲਕੁਲ ਇਹ ਠੀਕ ਕਹਿ ਰਹੇ ਹੋ। ਜਦੋਂ ਯਿਸੂ ਨੇ ਚੜ੍ਹਦਾ ਰੈਪਚਰ, ਪਹਿਲੀ ਚੀਜ਼ ਉਹਨਾਂ ਦੇ ਸਰੀਰ ਦੇ ਵਿੱਚ ਜਿਹੜੇ ਕੰਮ ਉਹਨਾਂ ਕੀਤੇ ਨੇ ਨਾ, ਦੂਸਰਾ ਕਰੰਥੀਆਂ 5:10 ਵਿੱਚ, ਉਹਨਾਂ ਦਾ ਹਿਸਾਬ ਦੇ ਮੁਤਾਬਿਕ ਉਹਨਾਂ ਨੂੰ ਨਰਕਾਂ 'ਚ ਨਹੀਂ ਸੁੱਟਿਆ ਜਾਏਗਾ, ਬਲਕਿ ਉਹਨਾਂ ਨੂੰ ਰਿਵਾਰਡ ਦਿੱਤੇ ਜਾਣਗੇ। ਇਹ ਉਹ ਡਰੈਸ ਹੋਣਗੇ ਜਿਹੜੇ ਕੰਮਾਂ ਦੇ ਮੁਤਾਬਿਕ, ਉਹਦੀ ਯਿਸੂ ਦੇ ਜਿਹੜੇ ਆਪਣੇ ਯਿਸੂ ਦੇ ਤਖਤ ਦੀ ਅਦਾਲਤ ਜਿਹੜੀ ਕਹਿੰਦੇ ਬੀਮਾ ਹਾਂਜੀ, ਤਖਤੇ ਅਦਾਲਤ, ਜੱਜਮੈਂਟ ਸੀਟ ਆਫ ਕ੍ਰਾਈਸਟ। ਉਹਦੇ ਬਾਅਦ ਉਹਦੇ ਵਿੱਚੋਂ ਦੁਬਾਰਾ ਮਤਲਬ ਸਾਡੀ ਆਤਮਾ, ਪ੍ਰਾਣ ਤੇ ਸਰੀਰ ਨੂੰ ਕੰਪਲੀਟ ਕਰੂਗਾ, ਰਿਬੈਲੀਅਨ ਦਾ ਐਲੀਮੈਂਟ ਕੱਢ ਦੂਗਾ। ਫਿਰ ਹੁਣ
ਜਿਸ ਤੁਸੀਂ ਮਸੀਹ ਵਿੱਚ ਜੋ ਵੀ ਕੰਮ ਕਰਦੇ ਰਹੇ ਹੋ, ਹੂੰ ਉਹ ਉਹਨਾਂ ਦਾ ਨਿਆਂ ਦੇ ਮੁਤਾਬਿਕ ਡਰੈਸ ਤੁਹਾਨੂੰ ਮਿਲੇਗਾ, ਮੈਨੂੰ ਮਿਲੇਗਾ, ਹੈ ਜੀ। ਕਈਆਂ 'ਚ ਮੋਤੀ ਜ਼ਿਆਦਾ ਹੋਣਗੇ, ਕਈਆਂ 'ਚ ਘੱਟ ਹੋਣਗੇ, ਔਰ ਉਹ ਫਿਰ ਪਵਿੱਤਰ ਕਰਕੇ ਪਿਤਾ ਅੱਗੇ ਪੇਸ਼ ਮਤਲਬ ਉਹ ਸਾਡੇ ਜਿਹੜੇ ਕੰਮ ਹੈਗੇ ਆ ਉਹਨਾਂ ਨੂੰ ਅੱਗ ਵਿੱਚੋਂ ਨਹੀਂ ਕੱਢੇਗਾ। ਅੱਗ ਵਿੱਚੋਂ। ਪਹਿਲਾ ਜਿਹੜੇ- ਕਰੰਥੀਆਂ 3 ਦੀ ਕੁਝ ਯਾਦ ਹੋਵੇ ਖਾਸ ਨੂੰ 10 ਤੋਂ 15। ਹਾਂਜੀ ਪਹਿਲਾ ਕਿਸ ਦਾ ਜੀ? 1 Corinthians chapter 3 verse 10 to 15। 10 to 15 ਹਾਂਜੀ ਠੀਕ ਹੈ। ਪੜ੍ਹ ਦਈਏ ਜੀ ਆਪਾਂ ਹਾਂ, ਆਇਤਾਂ ਇਹ ਬਹੁਤ 6 ਬਿਲਕੁਲ ਹਾਂਜੀ। ਇਹ 6 ਜਿਹੜੇ ਚੀਜ਼ਾਂ ਦਸੀਆਂ ਨੇ, ਹਾਂ ਹੈ ਸੋਨਾ, ਚਾਂਦੀ ਤੇ ਕੀਮਤੀ ਪੱਥਰ, ਹਾਂ ਘਾਸ ਫੂਸ ਤੇ ਲੱਕੜੀ, ਇਹ ਬਲੀਵਰਸ ਦੇ ਕੰਮ ਨੇ ਹਾਂ ਜਿਹੜੇ ਅਸੀਂ ਯਿਸੂ ਚ ਆਣ ਕੇ ਫਾਊਂਡੇਸ਼ਨ ਯਿਸੂ ਹੀ ਹੈ, ਉਹਦੇ ਚ ਅਸੀਂ ਰੱਦੇ ਲਾਉਂਦੇ ਹਾਂ। ਇਹ ਪੜ੍ਹਦੇ ਹਾਂਜੀ ਪਹਿਲਾ ਕਰੰਥੀਆਂ 3 ਦੀ 10 ਤੇ 10 ਤੋਂ 15 ਹੈਗਾ ਹੈ ਜੀ। 10 ਤੋਂ 15 ਵਿੱਚ ਇਸ ਤਰ੍ਹਾਂ ਲਿਖਿਆ ਹੈਗਾ, ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਜੋ ਸਾਨੂੰ ਦਾਨ ਹੋਇਆ ਹੈ, ਹਾਂ ਮੈਂ ਸਿਆਣੇ ਰਾਜ ਮਿਸਤਰੀ ਵਾਂਗੂ ਨੀਂਹ ਰੱਖੀ ਤੇ ਦੂਜਾ ਉਸ ਉੱਤੇ ਉਸਾਰੀ ਕਰਦਾ ਹੈ। ਸੋ ਹਰੇਕ ਸੁਚੇਤ ਰਹੇ ਕਿ ਕਿਸ ਤਰ੍ਹਾਂ ਦੀ ਉਸਾਰੀ ਕਰਦਾ ਹੈ। ਉਹ ਹਾਂਜੀ ਇਹ ਹਿਸਾਬ ਹੋਣਾ ਹੈ ਹਾਂ Believers ਸੁਚੇਤ ਦਾ। ਰਹਿਣਾ, ਹਾਂ ਕਿਉਂ ਜੋ ਉਹ ਨੀਂਹ ਜੋ ਬਿਨਾਂ ਜੋ ਰੱਖੀ ਗਿਆ, ਉਹ ਕਿਉਂ ਜੋ ਉਹ ਨੀਂਹ ਤੋਂ ਬਿਨਾਂ ਰੱਖੀ ਹੋਈ ਹੈ, ਦੂਜੇ ਕੋਈ ਨਹੀਂ ਰੱਖ ਸਕਦਾ। ਮਤਲਬ ਹੈ ਯਿਸੂ ਨੇ ਜਿਹੜੀ ਬੁਨਿਆਦ ਰੱਖ ਦਿੱਤੀ ਹੈ ਨੀਂਹ, ਉਹ ਤੋਂ ਬਿਨਾਂ ਹੋਰ ਕੋਈ ਕੋਈ ਨਹੀਂ ਹੈ। ਇਹਦੇ ਉੱਤੇ ਹੁਣ ਅਸੀਂ ਇਹ ਫਾਊਂਡੇਸ਼ਨ ਪੈ ਗਈ, ਇਹਦੇ ਉੱਤੇ ਰੱਦੇ ਲਾਣੇ ਨੇ ਹਰ ਬਲੀਵਰ ਨੇ। ਤੇ ਉਹ ਨੀਂਹ ਹੈ ਯਿਸੂ ਮਸੀਹ। Yes. ਹਾਂਜੀ ਤੇ 12ਵੇਂ ਵਿੱਚ ਲਿਖਿਆ ਹੈ, ਪਰ ਜੇ ਕੋਈ ਉਹ ਨੀਂਹ ਉੱਤੇ ਸੋਨੇ, ਚਾਂਦੀ, ਬਹੁਮੁੱਲੇ ਪੱਥਰਾਂ, ਲੱਕੜਾਂ, ਘਾਹ ਤੇ ਭੌਂ ਦੀ ਉਸਾਰੀ ਕਰੇ ਤਾਂ ਹਰੇਕ ਦਾ ਕੰਮ ਪ੍ਰਗਟ ਹੋਵੇਗਾ, ਕਿਉਂ ਜੋ ਉਹ ਇਹ ਯਿਸੂ ਦੀ ਨੀਂਹ ਦੇ ਉੱਪਰ ਜੋ ਅਸੀਂ ਕੰਮ ਕੀਤੇ, ਇਸ ਦੇ ਲੱਕੜ ਲਾਇਆ, ਸੋਨਾ ਚਾਂਦੀ ਲਾਇਆ, ਘਾਹ, ਉਹ ਹੁੰਦੇ ਉਸ ਦੀ ਗੱਲ ਕਰ ਰਿਹਾ। ਤੇ ਹਰੇਕ ਦਾ ਕੰਮ ਪ੍ਰਗਟ ਹੋਵੇਗਾ, ਕਿਉਂ ਜੋ ਉਹ ਦਿਨ ਉਸ ਨੂੰ ਉਘਾੜ ਦੇਵੇਗਾ। ਇਸ ਲਈ ਜੋ ਉਹ ਅੱਗ ਨਾਲ ਪ੍ਰਕਾਸ਼ ਹੁੰਦਾ ਹੈ, ਅੱਗ ਨਾਲ, ਅਤੇ ਅੱਗ ਆਪੇ ਹਰੇਕ ਦਾ ਕੰਮ ਪਰਖ ਪਰਖ ਦੇਵੇਗੀ ਲੈ ਵਾਹ। ਕਿ ਉਹ ਕਿਸ ਪ੍ਰਕਾਰ ਦਾ ਹੈ। ਹਾਂਜੀ ਜੇ ਕਿਸੇ ਦਾ ਕੰਮ ਜਿਹੜਾ ਉਸਨੇ ਬਣਾਇਆ ਸੀ ਟਿਕਿਆ ਰਹੇਗਾ ਤਾਂ ਉਸ ਨੂੰ ਬਦਲਾ ਮਿਲੇਗਾ, ਉਹਦਾ ਹਾਂਜੀ ਰਿਵਾਰਡ, ਉਹਨੂੰ ਇਨਾਮ ਮਿਲੇਗਾ ਜੀ। ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਸ ਦੀ ਹਾਨੀ ਹੋਵੇਗੀ, ਪਰੰਤੂ ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ। ਹਾਂਜੀ ਇਹ ਹੈਗਾ ਆਪ ਨਹੀਂ ਉਹ ਮਤਲਬ ਨਰਕ ਵਿੱਚ ਨਹੀਂ ਜਾਊਗਾ ਜੀ, ਸੜਦਾ ਬਚ ਜਾਏਗਾ, ਸੇਕ ਲੱਗੂਗਾ ਮਾੜਾ ਮੋਟਾ। ਜੀ। ਹਾਂ ਅੱਛਾ। ਕਿਉਂਕਿ ਜਿਹੜੀ ਸੈਲਵੇਸ਼ਨ ਹੈਗੀ ਆ ਉਹ ਕੰਮਾਂ ਕਰਕੇ ਨਹੀਂ ਹੈਗੀ। ਹਾਂਜੀ ਉਹ ਕੰਮ ਕਰਕੇ, ਕੰਮਾਂ ਇਹ ਸਿਰਫ ਰਿਵਾਰਡ ਨਹੀਂ ਹੈਗਾ, ਬਦਲਾ ਰਿਵਾਰਡ ਨਹੀਂ ਹੈਗਾ, ਬਚ ਜਾਵੇਗਾ ਸੜਦਾ, ਕਿਉਂਕਿ ਵਿਸ਼ਵਾਸ ਦੇ ਨਾਲ ਨੂੰ ਮਿਲ ਗਈ ਆ, ਮੁਕਤੀ ਮਿਲ ਗਈ ਆ। ਹਾਂ ਅੱਛਾ, ਜੇ ਇਹ ਤੁਸੀਂ ਪੁਆਇੰਟ ਸੀ ਕਿ ਜੇ ਲੋਕ ਕਹਿੰਦੇ ਨੇ ਜੀ ਕਿ ਚਰਚ ਪਰਸੀਕਿਊਸ਼ਨ ਵਿੱਚੋਂ ਗੁਜ਼ਰੇਗਾ, ਫਿਰ ਇਹਦਾ ਮਤਲਬ ਹੈ ਇਹ ਜਿਹੜੇ ਆਇਤਾਂ ਨੇ ਦੋ, ਇਹ ਤੇ ਇਹਨਾਂ ਦੇ ਤੇ ਇਹ ਕੋਈ ਮਾਇਨੇ ਨਹੀਂ ਨੇ। ਠੀਕ ਹੈ ਨਾ, ਕਿਹੜੀਆਂ ਭਲਾ ਕਿ ਜੇ ਤੇ ਪਤਾ ਲੱਗ ਜਾਏ, ਜੇ ਤੇ ਅਸੀਂ ਕਹਿੰਦੇ ਹਾਂ ਕਿ ਜੀ ਅਸਲ ਵਿੱਚ ਟ੍ਰਿਬੂਲੇਸ਼ਨ ਚਰਚ ਦੇ ਰੈਪਚਰ ਦਾ ਕੋਈ ਪਤਾ ਨਹੀਂ। ਜੇ ਚਰਚ ਦਾ ਰੈਪਚਰ ਤੋਂ ਜੇ ਵਿੱਚ ਪਰਸੀਕਿਊਸ਼ਨ ਦੇ ਵਿੱਚ ਤਕਰੀਬਨ 7 ਸਾਲ, ਤੇ ਫਿਰ ਤੇ ਪਤਾ ਲੱਗ ਜਾਂਦਾ ਉਸ ਟਾਈਮ ਦਾ। ਲੇਕਿਨ ਉਹ ਆਇਤਾਂ ਕਿ ਉਸ ਦਿਨ ਉਸ ਘੜੀ ਬਾਬਤ ਕੋਈ ਨਹੀਂ ਜਾਣਦਾ, ਕਿਉਂਕਿ ਇਹਦਾ ਮਤਲਬ ਬਿਲਕੁਲ ਜਿਹੜਾ ਰੈਪਚਰ ਤੋਂ ਬਾਹਰ ਯਿਸੂ ਨਹੀਂ ਆਉਣਾ, ਉਹ ਤਾਂ ਆਪਾਂ ਕੈਲਕੂਲੇਟ ਕਰ ਲੈਂਦੇ ਆ ਕਦੋਂ ਹੋਣਾ ਹੈ ਨਾ, ਮੁਸੀਬਤਾਂ ਆਤਮ ਮੁਸੀਬਤ। ਫਿਰ ਉਹ ਵਰਸਿਸ ਕੋਈ ਯਿਸੂ ਮਸੀਹ ਨੇ ਖੁਦ ਵੀ ਕਿਹਾ, ਮੈਨੂੰ ਯਾਦ ਆ ਗਿਆ ਜੀ ਆਪਣੇ, ਕਹਿੰਦਾ ਉਹ ਮਾਲਕ ਦੋ ਨੌਕਰ ਹੈ ਨਾ, ਤੇ ਉਹ ਮਾਲਕ ਜਿਹੜਾ ਉਹ ਚਲਾ ਗਿਆ, ਤੂੰ ਆਹ ਕੰਮ ਕਰ, ਤੇ ਉਹ ਇੱਕ ਨੌਕਰ ਵਫਾਦਾਰ ਆ, ਉਹ ਕੱਪੜੇ ਪਾ ਕੇ ਆਪਣੀ ਰੌਸ਼ਨੀ ਮਿਸਾਲ ਜਗਾ ਕੇ ਤਿਆਰ ਖੜਾ ਆ। ਹਾਂਜੀ ਤੇ ਉਹ ਵੇਟ ਕਰਦਾ, ਇੰਤਜ਼ਾਰ ਕਰਦਾ ਆ ਮਾਲਕ ਦੇ ਆਉਣ ਦਾ। ਦੂਜਾ ਕਹਿੰਦਾ ਹਾਲੇ ਬਹੁਤ ਚਰਿਆ, ਖਾਓ ਪੀਓ ਐਸ਼ ਕਰੋ। ਹਾਂਜੀ ਹਾਲੇ ਨਹੀਂ ਆਉਣਾ ਹੈਗਾ। ਹਾਂਜੀ ਤੇ ਉਹ ਕਹਿੰਦਾ ਮੈਂ ਚੋਰ ਦੀ ਤਰ੍ਹਾਂ ਜਿਹੜਾ ਆਉਣਾ ਹੈਗਾ ਮਾਲਕ ਨੇ, ਤੇ ਜਿਹੜਾ ਖਾਓ ਪੀਓ ਐਸ਼ ਕਰੋ ਵਾਲਾ ਆ ਉਹਨੂੰ ਬਾਹਰ ਛੱਡ ਦੇਣਾ। ਉੱਤੇ ਦੂਸਰੇ ਨੇ ਕਹਿਣਾ ਤੂੰ ਆ ਬੈਠ, ਮੈਂ ਤੇਰੀ ਸੇਵਾ ਕਰਦਾ, ਤੂੰ ਬਹੁਤ ਚੰਗਾ ਕੀਤਾ।
ਹਾਲੇਲੂਇਆ। ਕਿਉਂਕਿ ਉਹ ਚੋਰ ਦੀ ਤਰ੍ਹਾਂ ਆਉਣ ਦੀ ਗੱਲ ਹੈਗਾ ਆ, ਔਰ ਉਹ ਫਿਰ ਰਿਵਾਰਡਸ ਦੀ ਵੀ ਗੱਲ ਆ ਗਈ ਵਿੱਚ, ਹੈ ਨਾ ਜੀ। ਰਿਵਾਰਡਸ, ਹਾਂ ਰਿਵਾਰਡਸ ਦੀ ਵੀ ਗੱਲ ਆ ਗਈ। ਹਾਂ, ਤੇ ਉਹ ਚੋਰ ਦੀ ਤਰ੍ਹਾਂ ਹੀ ਆਉਣਾ ਉਹਨੇ। ਅੱਛਾ, ਹੁਣ ਇੱਕ ਗੱਲ ਦਾ ਨਖੇੜਾ ਕਰ ਲਈਏ। ਇਹ ਪ੍ਰੋਬਲਮ ਉਦੋਂ ਬਣਦੀ ਹੈ ਜਦੋਂ ਅਸੀਂ ਯਿਸੂ ਮਸੀਹ ਦੇ ਰੈਪਚਰ ਦੀ ਵਰਸਿਸ ਨੂੰ ਉਹਦੀ ਸੈਕਿੰਡ ਫਿਜ਼ੀਕਲ ਲੈਂਡਿੰਗ ਵਿੱਚ ਕਰ ਲੈਂਦੇ ਹਾਂ। ਇਹ ਹਵਾਲੇ ਲਿਖ ਲਓ ਕਿਉਂਕਿ ਇੱਥੇ ਨਖੇੜਾ ਬੜੀ ਪੱਕਾ ਹੈ। ਇਹ ਰੈਪਚਰ ਦੇ ਲਈ ਹਵਾਲੇ ਨੇ, ਠੀਕ ਹੈ। ਇਹ ਰੈਪਚਰ ਦੇ ਹਵਾਲੇ ਨੇ, ਇਹ ਫਿਜ਼ੀਕਲ ਲੈਂਡਿੰਗ ਲਈ ਨਹੀਂ। ਜਦੋਂ ਇਹ ਪੜ੍ਹਨੇ ਆ ਲੂਕਾ, ਕਾਫੀ ਸਾਰੇ ਹਵਾਲੇ ਮੈਂ ਚਾਹਾਂਗਾ ਲਿਖ ਲਾਂਗੇ। ਲੂਕ, ਮੁਕੱਦਸ ਲੂਕਾ 21 ਦੀ 34 ਤੋਂ 36, ਇਹ ਰੈਪਚਰ ਦੇ ਲਈ ਨੇ। ਇਹ ਸੈਕੰਡ ਫਿਜ਼ੀਕਲ ਲੈਂਡਿੰਗ ਦੀ ਨਹੀਂ। ਹਾਂ, ਕੀ ਲਿਖਿਆ ਸਰ? ਲੂਕਾ 21 ਦੀ 34 ਤੋਂ 36। ਫਿਰ ਸੰਤ ਯਹੋਨਾ, ਜੌਨ ਚੈਪਟਰ 4, ਮੈਂ ਅੰਗਰੇਜ਼ੀ ਬੋਲੀ ਨਾ ਕੁਝ ਕਹਿੰਦੇ ਹਾਂ, ਯਹੋਨਾ, ਜੌਨ ਚੈਪਟਰ 14, ਯਹੋਨਾ 14 1 to 3 verses, 1 ਤੋਂ 3। ਇਹ ਰੈਪਚਰ ਲਈ। 1 Corinthians chapter 15 verse 23, ਫਿਰ 51 ਤੋਂ 58। 51 ਤੋਂ 58। ਪਹਿਲਾ ਕਰੰਥੀਆਂ 15 ਦੀ 23 ਤੇ 51 ਤੋਂ 58। ਫਿਰ 2 Corinthians chapter 5 first 8 verses। ਓਕੇ ਜੀ, ਪਹਿਲਾ ਕਰੰਥੀਆਂ 5, ਦੂਸਰਾ 2 Corinthians, ਦੂਜਾ ਕਰੰਥੀਆਂ 5 ਦੀ 1 ਤੋਂ 8। Ephesians chapter 5 verse 27। ਹਾਂ, ਇਫਸੀਆਂ 5 ਦੀ 27। ਹਾਂਜੀ। ਫਿਰ ਉਹਦੇ ਬਾਅਦ ਤੁਸੀਂ ਲਿਖ ਲਓ ਫਿਲਿਪੀਅਨ ਚੈਪਟਰ 3 verse 11। ਉਹਦੇ ਬਾਅਦ 20 ਤੋਂ 21। ਫਿਲਿਪੀਆਂ 3 ਦੀ 11ਵੀਂ ਆਇਤ। ਹਾਂ, ਫਿਰ 20 ਤੇ 21 ਆਇਤ। ਹਾਂ, ਠੀਕ ਹੈ। ਠੀਕ। 1 ਥੈਸਲੋਨੀਅਨ ਚੈਪਟਰ 2 verse 19। ਇਹ ਥੈਸਲੋਨੀਅਨ ਦੇ ਨੇ, ਥੈਸਲਨੀਕੀਆਂ ਦੇ ਲਿਖ ਲਓ, ਕਾਫੀ ਵਾਲੇ ਨੇ। ਇਹ ਸਿਰਫ ਰੈਪਚਰ ਦੇ ਨੇ, ਇਹ ਹੀ ਨੇ। ਇਹਨਾਂ ਨੂੰ ਤੁਸੀਂ ਹੁਣ ਆ ਗਿਆ 1 ਥੈਸਲੋਨੀਅਨ ਚੈਪਟਰ 9, ਨਹੀਂ ਚੈਪਟਰ 2 verse 19 ਐਂਡ ਚੈਪਟਰ 3 verse 13 ਥੈਸਲੋਨੀਅਨ ਦੇ ਨੇ। 3 verse 30 ਪਹਿਲਾ ਥੈਸਲੋਨੀਅਨ ਦਾ, ਪਹਿਲਾ ਥੈਸਲੋਨੀਅਨ, ਹਾਂ ਤੁਸੀਂ ਪੰਜਾਬੀ ਚ ਬੋਲੀ ਆਓ। ਚੈਪਟਰ 2 verse 19, ਚੈਪਟਰ 3 verse 13। 3 verse, ਹਾਂਜੀ, ਪਹਿਲਾ ਥੈਸਲੋਨੀਅਨ 3 ਦੀ 13, ਹਾਂਜੀ 13। ਫਿਰ ਚੈਪਟਰ 4 ਦੀ 13 to 17, ਪਹਿਲਾ ਥੈਸਲੋਨੀਕੀਆਂ। ਹਾਂ, ਪਹਿਲਾ ਥੈਸਲੋਨੀਕੀਆਂ ਤੇ 4 ਦੀ 13 ਤੋਂ 17। ਤੇ ਚੈਪਟਰ 5 verse 9 and 25। ਤੇ 5 ਦੀ 9 ਤੇ 25 ਦੀ 9 ਤੇ 25। 25, ਹਾਂਜੀ। ਤੇ 2 ਥੈਸਲੋਨੀਅਨ ਚੈਪਟਰ 2 verse 1। ਦੂਜਾ ਥੈਸਲੋਨੀਆ ਚੈਪਟਰ ਦੂਜੇ ਦੀ 1 ਪਹਿਲਾ। ਫਿਰ ਉਹਦੇ ਬਾਅਦ 7 and 8 verses। 7 ਤੇ 8, ਠੀਕ ਹੈ। ਇਹ ਦੂਸਰਾ ਥੈਸਲੋਨੀਕੀਆਂ 2 ਦੀ ਪਹਿਲੀ ਤੇ 7 ਤੇ 8। 1 ਜੌਨ, ਯਾਨੀ ਯੂਹੰਨਾ ਦੀ ਪਹਿਲੀ ਪੱਤਰੀ, ਸੌਰੀ 1 ਜੌਨ ਚੈਪਟਰ 2 verse 28 2 28, ਤੇ 3 ਦੀ 2। ਇਹ ਜ਼ਰਾ ਦੁਹਰਾ ਦਿਓ। ਹਾਂਜੀ, ਪਹਿਲਾ ਯਹੋਨਾ 2 ਦੀ 28 ਤੇ ਤੀਜੇ ਦੀ 2। ਤੇ 1 ਪੀਟਰ ਚੈਪਟਰ 5 verse 4। ਪਹਿਲਾ ਪਤਰਸ 5 ਦੀ 4, ਹਾਂਜੀ। ਇਹ ਵਰਸਿਸ ਨੂੰ ਮਿਹਰਬਾਨੀ ਕਰਕੇ ਜੀਸਸ ਦੀ ਫਿਜ਼ੀਕਲ ਲੈਂਡਿੰਗ, ਜਿਹਦੇ ਵਿੱਚ ਉਹ ਇਕੱਲਾ ਨਹੀਂ ਆਏਗਾ, ਨਾਲ ਉਹਦੀ ਦੁਲਹਨ ਹੋਏਗੀ, ਨਾਲ ਦੂਤ ਹੋਣਗੇ, ਉਹਦੇ ਨਾਲ ਨਾ ਮਿਲਾਇਆ ਜਾਏ। ਪ੍ਰੋਬਲਮ ਇਹ ਹੋ ਰਹੀ ਹੈ ਕਿ ਇਹ ਵਰਸਿਸ ਨੂੰ ਜਦੋਂ ਅਸੀਂ ਉਸ ਦੂਸਰੇ, ਇੱਕ ਗੱਲ ਯਾਦ ਰੱਖੋ, ਖੁਦਾਵੰਦ ਯਿਸੂ ਮਸੀਹ ਦੀ ਜਿਹੜੀ ਆਮਦ ਹੈ ਉਹ ਅਲੱਗ ਈਵੈਂਟ ਨੇ। ਇੱਕ ਈਵੈਂਟ ਦੇ ਦੋ ਹਿੱਸੇ ਨਹੀਂ ਗੇ, ਅਲੱਗ ਈਵੈਂਟ ਹੈ। ਅੱਛਾ, ਹੁਣ ਇਹ ਜਿਹੜੀ ਹੈ ਨਾ, ਇਹਨਾਂ ਵਿੱਚੋਂ ਕੋਈ ਆਇਤ ਵੀ ਪ੍ਰਭੂ ਯਿਸੂ ਮਸੀਹ ਦੀ ਉਹਦੇ ਨਹੀਂ ਹੁੰਦੀ। ਹੁਣ ਇਹ ਕੰਮ ਵਧਿਆ ਜਾ ਰਿਹਾ ਹੈ। 2 ਅਲਫਾਜ਼ ਲਿਖ ਲਓ ਕਿ ਯੂਨਾਨੀ ਦੇ ਵਿੱਚ, ਮਤਲਬ ਗ੍ਰੀਕ ਦੇ ਵਿੱਚ 2 ਲਫ਼ਜ਼ ਰੈਪਚਰ ਲਈ ਇਸਤੇਮਾਲ ਹੋਏ ਨੇ। PAROUSIA। ਇੱਕ ਵਾਰੀ ਫਿਰ ਜ਼ਰਾ ਕਰ ਦਿਓ। POROUSIA, ਪਾਰੋਜ਼ੀਆ। ਹਾਂ। ਪਾਰੋਜ਼ੀਆ, ਹਾਂ। ਇਹਦਾ ਮਤਲਬ ਇਹ ਕਿ ਜੀਸਸ ਦੀ ਪਰਸਨਲ ਅਪੀਅਰੈਂਸ ਜਿਹੜੀ ਬਦਲਾਂ ਤੱਕ,
ਇਹ ਵਰਡ ਉਹਦੇ ਲਈ ਯੂਜ਼ ਹੋਇਆ ਹੈ। ਪਰੋਜ਼ੀਆ ਹੈਗੀ ਉਹ ਬਦਲਣ ਤੱਕ ਹੈ। ਉਹ ਬਦਲਾਂ ਤੱਕ ਉਹਨੂੰ ਕਹਿੰਦੇ ਤੇ ਨਹੀਂ ਜੀ ਕਿ ਯਿਸੂ ਨੇ ਆਣਾ, ਪਰ ਉਹ ਬਦਲਾਂ ਤੱਕ ਹੈ, ਧਰਤੀ ਤੇ ਨਹੀਂ ਹੈ, ਹਵਾ 'ਚ। ਤੇ ਇਹ ਜਿਹੜਾ ਹੈ ਇਹ ਆਣ ਦੀ। ਅੱਛਾ, ਫਿਰ ਦੂਸਰਾ ਵਰਡ ਜਿਹੜਾ ਇਹਦੇ ਲਈ ਹੈ ਨਾ, ਉਹ ਇਸਤੇਮਾਲ ਹੋਇਆ ਸਰ PHANEROS। ਫਿਰ ਜ਼ਰਾ ਬੋਲਿਓ ਜ਼ਰਾ। PHANEROS ਫੰਡਰੋਸ OS not OUS ਨਹੀਂ ਹੈਗਾ, OS ਫੰਡਰੋਸ। ਇਹਦਾ ਮਤਲਬ ਹੈ ਚਮਕਣਾ ਜਾਂ ਦਿਖਾਈ ਦੇਣਾ। ਇਹਦੇ ਹਵਾਲੇ ਲਿਖ ਲਓ। ਪਹਿਲਾ ਯੋਹਨਾ 2 ਦੀ ਉਹ ਹੀ ਨੇ, ਪਹਿਲਾ ਯੋਹਨਾ 2 ਦੀ 28, ਪਹਿਲਾ ਯੋਹਨਾ 2 ਦੀ 28, 1 John chapter 2 verse 28, 3 ਦੀ 2, 1 John ਦੀ 3 ਦੀ 2, 3 ਦੀ 2, ਹਾਂਜੀ। 1 Peter chapter 5 verse 4। ਹੁਣ ਸਾਡੇ ਕੋਲ ਇੰਨਾ ਟਾਈਮ ਨਹੀਂ ਕਿ ਅਸੀਂ ਪੜ੍ਹ ਸਕੀਏ, ਇਸ ਲਈ ਇਹ 1 Peter chapter 5 verse 4, Colossians chapter 3 verse 4। ਇਹ ਅਪੀਅਰੈਂਸ ਲਈ ਹੈ ਉਹ, ਠੀਕ ਹੈ। ਇਹ ਮਤਲਬ ਸਾਰੀ ਉੱਪਰ ਜਿਹੜੇ ਬਦਲਣ ਤੱਕ ਹੈ ਨਾ। ਹਾਂਜੀ। ਸੋ ਇਹਦੇ ਵਿੱਚ ਇੱਕ ਚੀਜ਼ ਹੋਰ ਲੋਕ ਮੰਗਦੇ ਨੇ ਕਿ ਪੁਰਾਣੇ ਨੇਮ ਦੇ ਸੰਤ ਸ਼ਾਇਦ ਇਹਦੇ ਵਿੱਚ ਸ਼ਾਮਲ ਨਾ ਹੋਣ। ਉਹ ਹਵਾਲੋ ਰੈਪਚਰ ਦੇ ਵੇਲੇ ਪੁਰਾਣੇ ਤੇ ਨਵੇਂ, ਓਲਡ ਤੇ ਨਿਊ ਟੈਸਟਮੈਂਟ ਦੇ ਸੇਂਟਸ ਸ਼ਾਮਲ ਹੋਣਗੇ। ਇਹ ਵੀ ਇੱਕ ਹੈ ਕਿ ਜੀ ਉਹ ਨਹੀਂ ਹੋਣੇ। ਦੇਖੋ 1 Thessalonians chapter 4 verse 13 to 18, ਪਹਿਲਾ ਥੈਸਲਨੀਕੀਆਂ 4 ਦੀ 13 ਤੋਂ 18, ਤੇ ਦੂਸਰਾ 2 Thessalonians chapter 2 verse 1। chapter 2 verse 1, ਠੀਕ ਹੈ। ਹਾਂਜੀ। ਸੋ ਇਹ ਇੱਕ ਗੱਲ ਇਸ ਲਈ ਮੈਂ ਦੱਸ ਦਿੱਤੀ, ਕਲੀਅਰ ਕੀਤੀ ਕਿ ਉਹ ਮਿੰਗਲ ਅਪ, ਜਦੋਂ ਇਹ ਉਹ ਹਵਾਲੇ ਜਿਹੜੇ ਪਰਸਨਲ ਅਪੀਅਰੈਂਸ ਲਈ ਨੇ ਤੇ ਫਿਜ਼ੀਕਲ ਲੈਂਡਿੰਗ ਲਈ ਨੇ, ਉਹਨਾਂ ਨੂੰ ਜਦੋਂ ਅਸੀਂ ਮਿਕਸ ਕਰ ਦਿੰਦੇ ਹਾਂ, ਉਹ ਮਿੰਗਲ ਅਪ ਕਰ ਦਿੰਦੇ ਹਾਂ, ਤੇ ਉਹ ਸਮਝ ਨਹੀਂ ਆਉਂਦੀ ਕੀ ਹੋ ਰਿਹਾ। ਇਸ ਲਈ ਇਹ ਨਖੇੜਾ ਕਰਨਾ ਬੜਾ ਜ਼ਰੂਰੀ ਸੀ ਰੈਪਚਰ ਦੇ ਤਲਕ ਨਾਲ। ਮੈਂ ਉਹ ਗੱਲ ਠੀਕ ਹੈ ਜੀ। ਹੋਰ ਕੋਈ ਕੁਐਸਚਨ ਵਿੱਚ ਆ ਰਿਹਾ? ਨਹੀਂ ਬਸ ਜੀ। ਇਹਦਾ ਮਤਲਬ ਇਹ ਕਿ ਚਰਚ ਨੇ ਤੇ ਉਹਦੇ ਪਰਸੀਕਿਊਸ਼ਨ ਵਿੱਚੋਂ ਗੁਜ਼ਰਨੇ। ਹਾਂਜੀ ਹਾਂਜੀ। ਲੇਕਿਨ ਉਹ ਲੋਕ ਜਿਹੜੇ ਬਾਅਦ ਵਿੱਚ ਗ੍ਰੇਟ ਟ੍ਰਿਬੂਲੇਸ਼ਨ ਦੇ ਵਿੱਚ, ਜਿਹਦੇ ਚਰਚ ਦਾ ਉਹ ਹਿੱਸਾ ਵੀ ਸ਼ਾਮਲ ਹੋਏਗਾ, ਲੇਕਿਨ ਉਹ ਚਰਚ ਨਹੀਂ ਕਹਿਲਾ ਰਿਹਾ, ਉਹ ਵੀ ਸ਼ਹਾਦਤੀਆਂ ਦੇ ਕੇ ਉੱਤੇ ਜਾਣਗੇ। ਹਾਂ, ਠੀਕ ਹੈ, ਬਿਲਕੁਲ। 1,44,000 ਯਹੂਦੀ, 144,000 ਜੂਸ ਤੇ ਉਹ ਐਵੇਂ ਹੀ ਚੁੱਕ ਲਿੱਤੇ ਜਾਣਗੇ। ਰੈਵਲੇਸ਼ਨ ਚੈਪਟਰ 12 ਦੇ ਵਿੱਚ, ਚੈਪਟਰ 12 ਦੀ 5। ਸੋ ਇਸ ਲਈ ਇਹ ਤੇ ਹਾਂਜੀ, ਜਿਹੜਾ ਹਿੱਸਾ ਰੈਪਚਰ ਤੋਂ ਬਾਅਦ ਚਰਚ ਦਾ ਇੱਥੇ ਰਹਿ ਜਾਣਾ, ਤੇ ਆ ਜਿਹੜੇ ਯਹੂਦੀ 1,40,000 ਯਹੂਦੀ ਵੀ ਉਹ ਰੈਪਚਰ ਤੋਂ ਬਾਅਦ ਜਿਹੜੇ ਇੱਥੇ ਹੋਣੇ ਹੈਗੇ ਆ, ਉਹ ਚਰਚ ਦਾ ਹਿੱਸਾ ਨਹੀਂ ਨੇ। ਹਾਂ, ਉਹ ਚਰਚ ਦਾ ਹਿੱਸਾ ਨਹੀਂ। ਉਹ ਨੈਚੁਰਲ, ਉਹਨਾਂ ਨੂੰ ਗਲੋਰੀਫਾਈ ਬਾਡੀਜ਼ ਉਹਨਾਂ ਨੂੰ ਮਿਲਣੀ ਹੈ ਜਿਹੜੇ ਇਸ ਈਵੈਂਟ ਵਿੱਚ ਸ਼ਾਮਲ ਹੋ ਚੱਕੇ ਗਏ, ਚਾਹੇ ਉਹ ਜਿਊਜ਼ ਨੇ, ਕੋਈ ਵੀ। ਹਾਂ, ਜਿਹੜਾ ਇਹਦਾ ਦੇਖੋ ਕੁਆਲੀਫਿਕੇਸ਼ਨ ਕੀ ਹੈ ਜੀ, ਕੌਣ ਇਹ ਜਿਨ੍ਹਾਂ ਦਾ ਰੈਪਚਰ ਹੋਣਾ ਹੈ। ਨੰਬਰ 1 ਜਿਹੜੇ ਯਿਸੂ ਵਿੱਚ ਨੇ, ਹੈ ਨਾ, ਯਿਸੂ ਦੇ ਵਿੱਚ, ਠੀਕ ਹੈ। ਇਹ ਕੁਆਲੀਫਿਕੇਸ਼ਨ ਦੀ ਇਹ ਵਿੱਚ ਆ ਰਹੀ ਹੈ ਨਾ। ਤੇ ਜਿਹੜੇ ਫਿਰ ਬਾਅਦ ਵਿੱਚ ਚਰਚ ਦਾ ਹਿੱਸਾ ਜਿਹੜਾ ਇੱਥੇ ਰਹਿ ਗਿਆ, ਜਿੱਦਾਂ 1,44,000 ਯਹੂਦੀ ਰਹਿ ਗਏ, ਉਹਨਾਂ 1,40,000 ਯਹੂਦੀਆਂ ਦਾ ਤੇ ਰੈਪਚਰ ਹੋ ਗਿਆ। ਦੇਖੋ ਨਾ, ਹੁਣ ਰੈਪਚਰ ਕਿੰਨੇ ਕਿਸਮ ਦੇ ਨੇ। ਨਹੀਂ, ਮੈਂ ਉਹ ਰੈਪਚਰ ਨਹੀਂ ਗੱਲ ਕਰ ਰਿਹਾ। ਉਹਨਾਂ ਦਾ ਰੈਪਚਰ ਚਰਚ ਦੇ ਰੈਪਚਰ ਤੋਂ ਬਾਅਦ ਹੋਣਾ ਹੈ। ਹਾਂਜੀ। ਤੇ ਜਦੋਂ ਚਰਚ ਦਾ ਰੈਪਚਰ ਹੋ ਗਿਆ, ਇਹ ਰੈਪਚਰ ਜਿਹੜਾ ਹੋਣਾ ਹੈ, ਯਿਸੂ ਨੇ ਚਰਚ ਨੂੰ ਚੱਕਣ ਲੈ ਆਉਣਾ, ਉਹ ਤਾਂ ਅੱਜ ਵੀ ਹੋ ਸਕਦਾ ਜੀ। ਤੇ ਉਹਨਾਂ ਨੂੰ ਜਿਹੜੇ ਹੁਣ ਜਿਹੜਾ ਅੱਜ ਵੀ ਚਰਚ ਨੂੰ ਜਿਹੜਾ ਉਹ ਮਿਲ ਗਿਆ, ਤੇ ਆਪਾਂ ਨੂੰ ਉਹ ਗਲੋਰੀਫਾਈ ਬੋਡੀ ਮਿਲ ਜਾਣੀ ਹੈ। ਤੇ ਹੋ ਸਕਦਾ ਆਪਾਂ ਨੂੰ ਗਲੋਰੀਫਾਈ ਬੋਡੀ ਅੱਜ ਹੀ ਮਿਲ ਜਾਏ, ਜੇ ਅੱਜ ਹੀ ਯਿਸੂ ਆ ਜਾਵੇ, ਕਿਉਂਕਿ ਉਹਦਾ ਆਉਣਾ, ਜੇ ਰੈਪਚਰ ਵਿੱਚ ਅਸੀਂ ਕੁਆਲੀਫਾਈ ਕਰ ਰਹੇ ਹਾਂ, ਜੇ ਕੁਆਲੀਫਾਈ ਕਰਦੇ ਹਾਂ, ਬਣੇ ਰਹੀਏ, ਸਾਡਾ ਵਿਸ਼ਵਾਸ ਜਿੰਦਾ ਹੈਗਾ। ਉਹ ਜਿਹੜੀਆਂ 5 ਕੁਵਾਰੀਆਂ ਜਿਹੜੀਆਂ
ਯਾਨੀ ਪਵਿੱਤਰ ਹੋਲੀ ਤੇ ਬਲੈਸਡ ਜ਼ਿੰਦਗੀਆਂ ਗੁਜ਼ਾਰੀਏ, ਇਹ ਵੀ ਹਵਾਲੇ ਨੇ ਬਾਈਬਲ ਵਿੱਚ। ਹਾਂ। ਕਿਹੜੀ ਕੁਆਲੀਫਿਕੇਸ਼ਨ ਹਾਂਜੀ। ਹੈ ਤੇ ਜੀ, ਸਾਨੂੰ ਅੱਜ ਹੀ ਮਿਲੇਗਾ। ਹਾਂਜੀ, ਜੀ, ਗਲੋਰੀਫਾਈ ਬੋਡੀ। ਤੇ ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਗਲੋਰੀਫਾਈ ਬੋਡੀ ਤੁਸੀਂ ਕਹਿੰਦੇ ਨਹੀਂ ਨਹੀਂ ਨਹੀਂ। ਤੇ ਉਹ ਫਿਰ ਚਲੋ ਅਸੀਂ ਜਿਹੜੇ ਗਲੋਰੀਫਾਈ ਬੋਡੀ ਜਿਹਨਾਂ ਨੂੰ ਮਿਲ ਗਈ ਉਹ ਤਾਂ ਯਿਸੂ ਦੇ ਨਾਲ ਰਾਜ ਕਰੂਗੇ ਨਵੀਂ ਜੇਰੂਸਲਮ ਦੇ ਵਿੱਚ, ਉਹਦੇ ਨਾਲ ਰਹੂਗੇ, ਸਵਰਗ ਧਰਤੀ ਤੇ ਆਏਗਾ। ਹਾਂਜੀ, ਤੇ ਨਾਲੇ ਪਹਿਲਾਂ ਹੁਣ ਇਸ ਸਮੇਂ ਜੋ ਸਵਰਗ ਦੇ ਵਿੱਚ ਆ ਉੱਥੇ ਜਾਵਾਂਗੇ। ਤੇ ਉਹਨਾਂ ਦਾ ਫਿਰ ਕੀ ਬਣੂਗਾ ਜੀ, ਜਿਹੜੇ ਬਾਅਦ ਵਿੱਚ ਮਸੀਹੀ ਰਹਿ ਗਏ ਤੇ ਪਿੱਛੇ ਰਹਿ ਗਏ, ਜਾਂ 1,40,000 ਯਹੂਦੀ ਉਹ ਆਪਣੇ ਜਿਹਨਾਂ ਨੇ ਮਤਲਬ ਬਾਅਦ ਵਿੱਚ ਟਰਬੂਲੇਸ਼ਨ ਸ਼ੁਰੂ ਹੋ ਜਾਣਾ ਨਾ, ਟਰਬੂਲੇਸ਼ਨ ਦੇ ਦੌਰਾਨ ਜਿਹੜੇ ਮਸੀਹ ਚੁੱਕੇ ਗਏ, ਜਿਹੜੇ ਤੇ ਚੁੱਕੇ ਗਏ ਯਿਸੂ ਦੇ ਆਉਣ ਤੋਂ ਲੈਂਡ ਕਰਨ ਤੋਂ ਪਹਿਲੇ ਪਹਿਲੇ, ਉਹ ਤੇ ਨਾਲ ਲੈ ਕੇ ਆ ਜਾਏਗਾ ਨਾ ਉਹਨਾਂ ਨੂੰ ਤੇ ਹੈ। ਅੱਛਾ, ਨਹੀਂ ਜਿਹੜੇ ਇੱਕ ਤਾਂ ਰੈਪਚਰ ਹੋ ਗਿਆ, ਚਰਚ ਦਾ ਅੱਜ ਹੋ ਗਿਆ, ਉਹਨਾਂ ਨੂੰ ਗਲੋਰੀਫਾਈ ਬੋਡੀ ਮਿਲ ਗਈ। ਜਿਹੜੇ ਹਾਲੇ ਨਹੀਂ ਤਿਆਰ ਸੀ ਪਿੱਛੇ ਰਹਿ ਗਏ ਆਪਣੇ ਸ਼ਹਾਦਤੀਆਂ ਦਿੱਤੀਆਂ। ਹਾਂਜੀ, ਤੇ ਉਹ ਟਰਬੂਲੇਸ਼ਨ ਗ੍ਰੇਟ ਟਰਬੂਲੇਸ਼ਨ ਸ਼ੁਰੂ ਹੋ ਗਿਆ ਜੀ। ਉਸ ਤਰ੍ਹਾਂ ਪ੍ਰਚਾਰ ਹੁੰਦਾ ਰਿਹਾ, ਪਵਿੱਤਰ ਆਤਮਾ ਇੱਥੇ ਹੋਣਾ ਤੇ ਉਦੋਂ ਵੀ ਲੋਕਾਂ ਨੇ ਵਿਸ਼ਵਾਸ ਕਰੂਗੇ, ਪ੍ਰਚਾਰ ਹੋਣਾ। ਹਾਂਜੀ, ਮੁਸ਼ਕਲਾਂ ਦੇ ਵਿੱਚੋਂ ਦੀ ਲੰਘੂਗੇ ਤੇ ਉਹਨਾਂ ਦੇ ਕੀ ਫਰਕ ਹੋਏਗਾ, ਉਹ ਜਿਹੜੇ ਮਸੀਹੀ ਹੋਣੇ ਆ ਤੇ ਜਿਹੜੇ ਦੂਸਰੇ ਹੋਣੇ ਆ, ਤੇ ਉਹਨਾਂ ਨੂੰ ਗਲੋਰੀਫਾਈ ਬੋਡੀ ਤੁਸੀਂ ਕਹਿੰਦੇ ਆ ਉਹਨਾਂ ਨੂੰ ਨਹੀਂ ਮਿਲੂਗੀ, ਮਿਲੂਗੀ ਉਹਨਾਂ ਨੂੰ ਵੀ ਜਿਹੜੇ ਤੇ ਫਿਜ਼ੀਕਲ ਲੈਂਡਿੰਗ ਤੋਂ ਪਹਿਲੇ ਉਹਨਾਂ ਨੂੰ ਮਿਲ ਜਾਣੀ ਹੈ। ਓਕੇ, ਉਹ ਮਤਲਬ ਟਰਬੂਲੇਸ਼ਨ ਦੌਰਾਨ ਵੀ ਜਿਹੜੇ ਹੈਗੇ ਉਹਨਾਂ ਨੂੰ ਮੌਕਾ ਹੈਗਾ, ਮਿਲ ਜਾਏਗੀ, ਉਹਨਾਂ ਨੂੰ ਮਿਲ ਜਾਏਗੀ। ਕਿਉਂਕਿ ਪ੍ਰਕਾਸ਼ ਦੀ ਪੋਥੀ 6 ਦੀ 9ਵੀਂ ਆਇਤ ਗਾਲਬਨ ਅਸੀਂ ਦੇਖਨੇ ਆ ਕਿ ਇਹ ਉਹ ਲੋਕ ਨੇ ਜਿਹੜੇ ਸ਼ਹਾਦਤੀਆਂ ਦੇ ਕੇ ਉੱਤੇ ਗਏ। ਹਾਂ। ਹਾਂਜੀ, 6 ਦੀ 9 ਤੋਂ ਗਾਂ ਤੋਂ ਰਾਜਾ ਪੜ੍ਹ। ਹਾਂਜੀ, ਇਹਨਾਂ ਨੂੰ ਉੱਥੇ ਮਿਲਣਗੇ, ਦੇਖੋ ਪੜ੍ਹ ਦਿਓ। ਤੇ ਓਕੇ ਜੀ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 6 ਦੀ 9 ਤੇ ਵੀ ਇਸ ਤਰ੍ਹਾਂ ਲਿਖਿਆ ਹੈ। 9 ਤੋਂ ਅੱਗੇ। ਹਾਂਜੀ, 9 ਤੋਂ ਅੱਗੇ ਜੀ। ਉਸ ਤਰ੍ਹਾਂ ਲਿਖਿਆ ਹੈ, ਜਾਂ ਉਸਨੇ 5ਵੀਂ ਮੋਹਰ ਤੋੜੀ ਤਾਂ ਮੈਂ ਜਗਵੇਦੀ ਦੇ ਹੇਠਾਂ ਉਹਨਾਂ ਦੀਆਂ ਜਾਨਾਂ ਨੂੰ ਵੇਖਿਆ ਜਿਹੜੇ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਸਾਖੀ ਦੇ ਕਾਰਨ ਜੋ ਉਹਨਾਂ ਭਰੀ ਸੀ ਵੱਢੇ ਗਏ ਸਨ। ਠੀਕ ਹੈ। ਇਹ ਹੁਣ ਚਰਚ ਨੇ ਤੇ ਇਹ ਪੀਰੀਅਡ ਨਹੀਂ ਵੇਖਣਾ, ਇਹ ਟਰਬੂਲੇਸ਼ਨ ਦੇ ਸਮੇਂ ਦੀ ਜਿਹੜੀ ਹਾਂ, ਹੁਣ ਉਹ ਰੂਹਾਂ ਮਰ ਕੇ ਉਹਨਾਂ ਦੀ ਆਤਮਾ ਪ੍ਰਾਣ ਉੱਤੇ ਜਾ ਰਿਹਾ। ਹਾਂ, ਤੇ ਉਹ ਵੱਡੀ ਆਵਾਜ਼ ਨਾਲ ਪੁਕਾਰ ਕੇ ਇਹ ਆਖਿਆ, ਹੇ ਸੁਆਮੀ ਜੀ ਜਿਹੜਾ ਪਵਿੱਤਰ ਅਤੇ ਸਤ ਹੈ, ਕਦੋਂ ਤੋੜੀ ਤੂੰ ਨਿਆਂ ਨਹੀਂ ਕਰਦਾ ਕਿ ਧਰਤੀ ਦੇ ਵਾਸੀਆਂ ਕੋਲ ਸਾਡੇ ਲਹੂ ਦਾ ਵੱਟਾ ਨਹੀਂ ਲੈਂਦਾ। ਛਾਤੀਆਂ ਦੇ ਕੇ ਅੱਗੇ ਫਿਰ ਕੀ ਉਹਨਾਂ ਨੂੰ ਜਵਾਬ ਮਿਲ ਰਿਹਾ? ਅਤੇ ਉਹਨਾਂ ਵਿੱਚੋਂ ਹਰੇਕ ਨੂੰ ਚਿੱਟਾ ਬਸਤਰ ਦਿੱਤਾ ਗਿਆ ਅਤੇ ਉਹਨਾਂ ਨੂੰ ਇਹ ਵਚਨ ਹੋਇਆ ਕਿ ਥੋੜਾ ਚਿਰ ਹੋਰ ਆਰਾਮ ਕਰੋ, ਜਦੋਂ ਤੱਕ ਤੁਹਾਡੇ ਨਾਲ ਦੇ ਦਾਸਾਂ ਅਤੇ ਤੁਹਾਡੇ ਭਰਾਵਾਂ ਦੀ ਜਿਹੜੇ ਤੁਹਾਡੇ ਵਾਂਗੂ ਵੱਢੇ ਜਾਣਗੇ ਗਿਣਤੀ ਪੂਰੀ ਨਾ ਹੋ ਲਵੇ। ਫਿਰ ਉਹਨਾਂ ਨੂੰ ਕੀ ਹੈ? ਹਾਂਜੀ, ਜਾਂ ਉਹਨਾਂ ਨੇ 6ਵੀਂ ਮੋਹਰ ਤੋੜੀ ਤਾਂ ਮੈਂ ਡਿੱਠਾ ਕਿ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾ ਅਤੇ ਭੂਰੇ ਵਰਗਾ ਕਾਲਾ ਹੋ ਗਿਆ ਅਤੇ ਸਾਰਾ ਅੱਛਾ, 11ਵੀਂ ਆਇਤ ਪੜ੍ਹਦੇ ਹੋ? ਹਾਂ, 11ਵੀਂ ਪੜ੍ਹ ਲਈ ਜੀ। ਉੱਥੇ ਉਹਨਾਂ ਨੂੰ ਵਸਤਰ ਦੇ ਦਿੱਤੇ ਗਏ। ਵਸਤਰ ਦੇਖੋ ਨਾ, ਵਸਤਰ ਹਵਾ 'ਤੇ ਨਹੀਂ ਟਿਕਦੇ, ਉਹ ਕੋਈ ਸਰੀਰ ਹੋਏਗਾ ਉਹਦੇ 'ਤੇ ਹੀ ਟਿਕਦੇ ਨੇ। ਸੋ ਉਹਨਾਂ ਨੂੰ ਵੀ ਉੱਥੇ ਮਿਲਦਾ। ਠੀਕ ਹੈ, ਤੇ ਉਹ ਫਿਰ ਮਤਲਬ ਜਿਹੜਾ ਬਾਕੀ ਚਰਚ ਦਾ ਹਿੱਸਾ ਉਹਨਾਂ ਦੇ ਨਾਲ ਉਹਨਾਂ ਵਾਂਗੂ ਹੀ ਉਹ ਵੀ ਹੋ ਜਾਏਗਾ। ਲੇਕਿਨ ਜਿਹੜੇ ਉਹਦੇ ਬਾਅਦ ਧਰਤੀ ਤੇ ਰਹਿਣਗੇ, ਹੋਣਗੇ ਵਿਸ਼ਵਾਸੀ, ਉਹ ਸਦਾ ਤੱਕ ਨੈਚੁਰਲ ਵਿੱਚ ਹੀ ਰਹਿਣਗੇ। ਔਰ ਉਹਨਾਂ ਦੇ ਲਈ ਕੀ ਹੋਏਗਾ? ਉਹਨਾਂ ਦੇ ਲਈ ਜ਼ਾਹਿਰ ਹੈ ਕਿ 1000 ਸਾਲਾ ਬਾਦਸ਼ਾਹੀ ਦੇ ਵਿੱਚ ਵਿਸ਼ਵਾਸੀ ਵੀ ਹੋਣਗੇ, ਲੇਕਿਨ ਗੋਗ ਮਗੋਗ ਦੇ ਉਹਦੇ ਚਲੇ ਜਾਣਗੇ। ਲੇਕਿਨ ਜਿਹੜੇ ਬਚ ਜਾਣਗੇ, ਜਿਹੜੇ ਯਿਸੂ ਤੇ ਵਿਸ਼ਵਾਸ ਰੱਖਦੇ ਹੋਣਗੇ, ਉਹਨਾਂ ਦੇ ਇਹ ਹੀ ਸਰੀਰ ਜਿਹੜਾ ਆਦਮ ਲਈ ਸੀ ਕਿ ਸਦਾ ਤੱਕ ਆਦਮ ਤੇ ਹਵਾ ਜਿਉਂਦੇ ਰਹਿਣ, ਇਹ ਸਰੀਰ ਜਿਹੜੇ ਨੇ ਉਹਨਾਂ ਨੂੰ ਸਦਾ ਲਈ ਉਹ ਗਲੋਰੀਫਾਈ ਬਾਡੀ ਨਹੀਂ ਹੋਣੀ, ਨੈਚੁਰਲ ਬਾਡੀ ਹੋਣੀ ਹੈ, ਜਿਹੜੇ ਕਿ ਉਸ ਹਯਾਤ ਦੇ ਦਰਖਤ ਦੇ ਪੱਤੇ ਖਾਣਗੇ, ਹੈ ਨਾ।
ਤੇ ਉਹਨਾਂ ਦੀ ਜ਼ਿੰਦਗੀ ਤੇ ਹੈਲਥ ਉੱਥੋਂ ਬਣੀ ਰਹੇਗੀ, ਜਿਹੜੇ ਨਏ ਯਰੂਸ਼ਲਮ ਦੇ ਵਿੱਚ ਸੜਕਾਂ ਦੇ ਇਰਦ ਗਿਰਦ ਲੱਗੇ ਹੋਣੇ। ਤੇ ਫਿਰ ਓਕੇ, ਇਹਦਾ ਮਤਲਬ ਹੈ ਟਰਬੂਲੇਸ਼ਨ ਤੋਂ ਮਤਲਬ ਇਹ ਜਿਹੜੀ ਲਾਸਟ ਸਟੱਡੀਜ਼ ਨੇ ਸਾਡੀਆਂ ਹੋਈਆਂ, ਹਾਂਜੀ, ਇਹਦਾ ਮਤਲਬ ਹੈ ਜਦੋਂ ਹੁਣ ਰੈਪਚਰ ਹੋ ਗਿਆ, ਜੀ ਜਿਹੜੇ ਪਿੱਛੇ ਬਚ ਗਏ ਜੀ, ਉਹਨਾਂ ਵਿਸ਼ਵਾਸੀਆਂ ਦੇ ਵਿੱਚ ਜੇ ਉਹਨਾਂ ਨੂੰ ਗਲੋਰੀਫਾਈ ਬੋਡੀ ਚਾਹੀਦੀ ਆ ਤਾਂ ਉਹਨਾਂ ਨੂੰ ਸ਼ਹਾਦਤ ਦੇਣੀ ਪਏਗੀ। ਹਾਂ, ਤੇ ਜੇ ਉਹ ਉਸ ਤਰ੍ਹਾਂ ਹੀ ਵਿਸ਼ਵਾਸੀ ਜੀਂਦੇ ਰਹੇ ਤਾਂ ਉਹਨਾਂ ਨੂੰ ਗਲੋਰੀਫਾਈ ਬੋਡੀ ਨਹੀਂ ਮਿਲੇਗੀ। ਤੇ ਇਸੇ ਤਰ੍ਹਾਂ ਹੀ ਜਦੋਂ ਸਵਰਗ ਧਰਤੀ ਤੇ ਆਉਣਾ ਤੇ ਉਹ ਇੱਥੇ ਉਹ ਰਹੋਗੇ, ਸਾਰਾ ਰਾਜ ਕਰੂ ਵਿੱਚ ਰਹੋਗੇ, ਉਹ ਪੱਤੇ ਖਾ ਕੇ ਉਹ ਜੀਂਦੇ ਰਹੋਗੇ, ਵਿਸ਼ਵਾਸੀ ਹੋਊਗੀ, ਜ਼ਿੰਦਗੀ ਵੀ ਤੇ ਹੈਲਥ ਲਈ ਬਣੇ ਰਹੇਗੀ ਸਾਡਾ। ਤੇ ਹਾਂ, ਉਹਨਾਂ ਤੇ ਫਿਰ ਉਹ ਰਾਜ ਕਰਨਾ ਜਿਹੜਾ ਉਹ ਹਾਂ, ਮਤਲਬ ਉਹ ਜਿਹੜੇ ਜਿਨ੍ਹਾਂ ਦੀ ਗਲੋਰੀਫਾਈਡ ਬਾਡੀ ਉਹਨਾਂ ਦੀ ਹੈਲਪ ਕਰਨਗੇ। ਹਾਂ, ਉਹਨਾਂ ਦੀ help। ਠੀਕ ਹੈ, ਬਿਲਕੁਲ ਜੀ, ਬਹੁਤ ਅੱਛਾ। ਤੇ ਹਾਂਜੀ, ਆਪਾਂ ਹੁਣ ਬਸ ਕਰੀਏ ਇੱਥੇ। ਠੀਕ ਹੈ, ਥੈਂਕ ਯੂ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਆਪ ਦੇ ਵਚਨ ਦੇ ਲਈ, ਆਪ ਦੀ ਦਇਆ ਰਹਿਮ ਕਿਰਪਾ ਦੇ ਲਈ, ਜੋ ਆਪ ਵਚਨ ਦੁਆਰਾ ਸਾਡੇ ਨਾਲ ਗੱਲਬਾਤ ਕਰਦੇ ਹੋ। ਆਪ ਦਾ ਸ਼ੁਕਰ ਕਰਦੇ ਹਾਂ ਪਵਿੱਤਰ ਆਤਮਾ ਦੇ ਲਈ। ਪਵਿੱਤਰ ਆਤਮਾ ਜੀ, ਆਪ ਦਾ ਸ਼ੁਕਰ ਕਰਦੇ ਹਾਂ, ਆਪ ਵਚਨ ਦੇ ਲਿਖਾਰੀ ਹੋ ਔਰ ਆਪ ਹੀ ਇਸ ਵਚਨ ਨੂੰ ਖੋਲ੍ਹਦੇ ਹੋ, ਔਰ ਆਪ ਦਾ ਸ਼ੁਕਰ ਕਰਦੇ ਹਾਂ। ਜਿੰਨਾ ਵੀ ਆਪ ਦਾ ਸ਼ੁਕਰ ਕੀਤਾ ਜਾਏ ਥੋੜ੍ਹਾ ਹੈ ਪਰਮੇਸ਼ਰ ਪਿਤਾ। ਇਹ ਆਪ ਦੀ ਦਇਆ ਰਹਿਮ ਕਿਰਪਾ ਨਾਲ ਹੀ ਅਸੀਂ ਸਾਰਾ ਵਚਨ ਸਿੱਖਦੇ ਹਾਂ, ਸਮਝਦੇ ਹਾਂ। ਜੋ ਵੀ ਇਸ ਨੂੰ ਸੁਣੇ ਉਹ ਬਰਕਤ ਪਾਵੇ ਪਰਮੇਸ਼ਰ ਪਿਤਾ, ਔਰ ਆਪ ਜੀ ਦੀ ਮਰਜ਼ੀ ਪੂਰੀ ਹੋਵੇ, ਵਚਨ ਸੰਭਾਲਿਆ ਜਾਏ। ਔਰ ਇਹ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਟੱਕਦੇ ਹਾਂ ਤਾਂ ਕਿ ਚੋਰ ਚੋਰੀ ਨਾ ਕਰ ਸਕੇ, ਇਸ ਵਿੱਚ ਕੋਈ ਵੀ ਉਲਝਣ, ਇਸ ਦੇ ਵਿੱਚ ਕੋਈ ਵੀ ਕਨਫਿਊਜ਼ਨ ਨਾ ਕਰ ਸਕੇ ਪਰਮੇਸ਼ਰ ਪਿਤਾ। ਆਪ ਇਸ ਵਚਨ ਦੁਆਰਾ ਗੱਲਬਾਤ ਕਰੋ ਪਰਮੇਸ਼ਰ ਪਿਤਾ। ਅਸੀਂ ਸਾਰੇ ਸੱਚ ਵਿੱਚ ਚੱਲੀਏ ਔਰ ਸਾਰੇ ਭੁਲੇਖੇ, ਸਾਰੇ ਭਰਮ, ਸਾਰੇ ਪਰਮੇਸ਼ਰ ਪਿਤਾ ਗਲਤ ਚੀਜ਼ਾਂ, ਜੋ ਗਲਤ ਧਾਰਨਾਵਾਂ, ਗਲਤ ਸਾਡੀ ਸਮਝ ਹੈ, ਉਹ ਸਾਡੇ ਵਿੱਚ ਨਾ ਰਹੇ ਪਰਮੇਸ਼ਰ ਪਿਤਾ। ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਦੇ ਨਾਮ ਵਿੱਚ। ਆਮੀਨ।